ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਹਿੰਮਤ ਕਰਕੇ ਮਨਜਿੰਦਰ ਕੌਰ ਆਪਣੇ ਬੇਟੇ ਨੂੰ ਫੋਨ ਕਰਦੀ ਹੈ। ਅੱਗੋਂ ਖਿੱਝਦਾ ਹੋਇਆ ਬੇਟਾ ਬੋਲਦਾ, ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਮੇਰੇ ਤਾਂ ਆਪਣੇ ਖਰਚੇ ਠੀਕ ਨਹੀਂ ਆਉਂਦੇ। ਮੇਰਾ ਹੱਥ ਬਹੁਤ ਟਾਈਟ ਚੱਲ ਰਿਹਾ ਤੇ ਤੁਹਾਨੂੰ ਤੀਰਥ ਯਾਤਰਾ 'ਤੇ ਜਾਣ ਦੀ ਪਈ ਆ। ਚੁੱਪਚਾਪ ਘਰੇ ਰਹੋ, ਕਿਤੇ ਜਾਣ ਦੀ ਜ਼ਰੂਰਤ ਨਹੀਂ। ਪਿੱਛੋਂ ਮਨਜਿੰਦਰ ਕੌਰ ਦੀ ਨੂੰਹ ਬੋਲੀ, ਤੁਹਾਡੀ ਮਾਂ ਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਸਾਡੇ ਕੋਲ ਪੈਸਿਆਂ ਦਾ ਦਰਖਤ ਲੱਗਿਆ ਹੋਇਆ। ਚੁੱਪਚਾਪ ਪਿੰਡ ਵਿੱਚ ਰਹਿਣ, ਕਿਤੇ ਘੁੰਮਣ ਜਾਣ ਜਾਂ ਸੈਰ ਸਪਾਟਾ ਕਰਨ ਦੀ ਕੋਈ ਜ਼ਰੂਰਤ ਨਹੀਂ। ਆਪਣੀ ਭਾਬੀ ਦੀ ਗੱਲ ਸੁਣ ਕੇ ਮਨਜਿੰਦਰ ਕੌਰ ਦੀ ਬੇਟੀ ਚੁੱਪ ਨਹੀਂ ਰਹਿੰਦੀ। ਉਹ ਆਪਣੀ ਮਾਂ ਤੋਂ ਫੋਨ ਫੜ ਕੇ ਬੋਲਦੀ ਹੈ, ਵੀਰੇ, ਮਾਂ ਕਿਤੇ ਸੈਰ ਸਪਾਟਾ ਕਰਨ ਦੇ ਲਈ ਨਹੀਂ ਜਾ ਰਹੀ। ਉਹਨਾਂ ਦੀ ਹਮੇਸ਼ਾ ਤੋਂ ਇੱਛਾ ਰਹੀ ਆ ਤੀਰਥ ਯਾਤਰਾ ਕਰਨ ਦੀ। ਪਿੰਡ ਵਿੱਚੋਂ ਯਾਤਰਾ ਲਈ ਬੱਸ ਜਾ ਰਹੀ ਆ। ਮਾਂ ਇਹ ਮੌਕਾ ਗਵਾਉਣਾ ਨਹੀਂ ਚਾਹੁੰਦੀ। ਫੋਨ ਸਪੀਕਰ 'ਤੇ ਹੀ ਸੀ। ਫਿਰ ਮਨਜਿੰਦਰ ਕੌਰ ਦੀ ਨੂੰਹ ਪ੍ਰਦੀਪ ਫੋਨ ਫੜ ਕੇ ਬੋਲਦੀ ਆ, ਇੱਕ ਕੰਮ ਕਰ ਸੁਮਨ, ਜੇ ਤੈਨੂੰ ਮਾਂ ਜੀ ਨੂੰ ਯਾਤਰਾ ਕਰਵਾਉਣ ਦਾ ਇੰਨਾ ਹੀ ਸ਼ੌਂਕ ਆ ਤਾਂ ਤੂੰ ਆਪ ਕਿਉਂ ਨਹੀਂ ਕਰਵਾ ਦਿੰਦੀ? ਸਾਨੂੰ ਕਿਉਂ ਕਹਿ ਰਹੀ ਆ? ਸੁਮਨ ਬੋਲੀ, ਭਾਬੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਮੈਂ ਕੋਈ ਨੌਕਰੀ ਨਹੀਂ ਕਰਦੀ, ਅਜੇ ਪੜ੍ਹਦੀ ਆ। ਜੇ ਮੇਰੇ ਹੱਥ ਵਿੱਚ ਪੈਸੇ ਹੁੰਦੇ ਤਾਂ ਮੈਂ ਖੁਦ ਹੀ ਮਾਂ ਨੂੰ ਸਾਰੀਆਂ ਯਾਤਰਾ ਕਰਾ ਦਿੰਦੀ। ਤੁਸੀਂ ਦੇਖਿਓ ਭਾਬੀ, ਜਦੋਂ ਮੈਂ ਜੌਬ ਕਰਨ ਲੱਗ ਜਾਵਾਂਗੀ ਤਾਂ ਮੈਂ ਖੁਦ ਹੀ ਮਾਂ ਨੂੰ ਹਰ ਜਗ੍ਹਾ ਘੁਮਾ ਦੇਵਾਂਗੀ। ਆਪਣੀ ਨਨਾਣ ਸੁਮਨ ਦੀ ਗੱਲ ਸੁਣ ਕੇ ਪ੍ਰਦੀਪ ਖਿੜ ਕਰਕੇ ਹੱਸਣ ਲੱਗ ਜਾਂਦੀ ਆ ਤੇ ਮਜ਼ਾਕ ਉਡਾਉਂਦੀ ਹੋਈ ਕਹਿੰਦੀ ਆ, ਵਾਹ ਨਨਾਣ ਰਾਣੀਏ, ਬੜੇ ਸੁਪਨੇ ਦੇਖ ਰਹੀ ਆ। ਪਿੰਡ ਵਿੱਚ ਰਹਿ ਕੇ ਤੂੰ ਜੌਬ ਕਰ ਸਕੇਂਗੀ? ਤੂੰ ਤਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਦੀ। ਪਿੰਡ ਵਿੱਚ ਸਰਕਾਰੀ ਸਕੂਲ 'ਚ ਪੜ੍ਹ ਕੇ ਜੌਬ ਕਿਵੇਂ ਕਰ ਲਵੇਂਗੀ? ਹਾਂ, ਜੇ ਤੂੰ ਮੇਰੇ ਤਰ੍ਹਾਂ ਇੰਗਲਿਸ਼ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੁੰਦੀ ਤਾਂ ਸ਼ਹਿਰ ਵਿੱਚ ਰਹਿੰਦੀ ਹੁੰਦੀ ਤਾਂ ਸ਼ਾਇਦ ਤੈਨੂੰ ਨੌਕਰੀ ਮਿਲ ਜਾਂਦੀ। ਪਰ ਜਿਸ ਸਕੂਲ 'ਚ ਤੂੰ ਪੜ੍ਹਦੀ ਆ, ਮੀਂਹ ਪੈਣ 'ਤੇ ਛੱਤਾਂ 'ਚੋਂ ਪਾਣੀ ਟਪਕਣ ਲੱਗ ਜਾਂਦਾ। ਅਜਿਹੇ ਸਕੂਲ 'ਚ ਪੜ੍ਹ ਕੇ ਤੂੰ ਨੌਕਰੀ ਕਰੇਂਗੀ? ਭਾਬੀ ਦੀ ਗੱਲ ਸੁਣ ਕੇ ਸੁਮਨ ਬੋਲੀ, ਹਾਂ ਭਾਬੀ, ਮੈਂ ਇਸੇ ਸਕੂਲ 'ਚ ਪੜ੍ਹ ਕੇ ਇੱਕ ਦਿਨ ਤੁਹਾਨੂੰ ਨੌਕਰੀ ਕਰਕੇ ਜ਼ਰੂਰ ਦਿਖਾਵਾਂਗੀ। ਪ੍ਰਦੀਪ ਨੇ ਫੋਨ ਆਪਣੇ ਪਤੀ ਨੂੰ ਫੜਾ ਦਿੱਤਾ ਤੇ ਕਹਿਣ ਲੱਗੀ, ਤੁਹਾਡੀ ਮਾਂ ਤੇ ਭੈਣ ਸੱਚਮੁੱਚ ਪਾਗਲ ਹੋ ਗਈਆਂ। ਤੁਹਾਡੀ ਮਾਂ ਨੇ ਤੀਰਥ ਯਾਤਰਾ 'ਤੇ ਜਾਣਾ ਤੇ ਤੁਹਾਡੀ ਭੈਣ ਦੇ ਸੁਪਨੇ ਬਹੁਤ ਵੱਡੇ ਆ। ਇਹ ਦੋਨੋਂ ਹੀ ਮੇਰੇ ਲੈਵਲ ਦੀਆਂ ਨਹੀਂ। ਚੰਗਾ ਹੋਇਆ ਜੋ ਮੈਂ ਇਹਨਾਂ ਨੂੰ ਆਪਣੇ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਪਰ ਜੇ ਮੇਰੇ ਕੋਲ ਰਹਿੰਦੀਆਂ ਤਾਂ ਮੈਨੂੰ ਸਮਝ ਨਹੀਂ ਆਉਣਾ ਸੀ ਕਿ ਮੈਂ ਇਹਨਾਂ ਨੂੰ ਕਿਵੇਂ ਡੀਲ ਕਰਾਂ। ਇੱਕ ਤੁਹਾਡੀ ਮਾਂ ਥੋੜ੍ਹੀ ਜਿਹੀ ਸਿਲਾਈ ਕਰਕੇ ਸੋਚਦੀ ਆ ਪਤਾ ਨਹੀਂ ਮੈਂ ਕਿੰਨੀ ਕੁ ਕਮਾਈ ਕਰ ਲਈ, ਤੇ ਦੂਜਾ ਤੁਹਾਡੀ ਭੈਣ ਅੰਦਰ ਬਹੁਤ ਜ਼ਿਆਦਾ ਘਮੰਡ ਆ। ਫਿਰ ਸੁਮਨ ਬੋਲੀ, ਭਾਬੀ ਇਸ ਨੂੰ ਘਮੰਡ ਨਹੀਂ, ਸਵਾਬੀ ਮਨ ਕਹਿੰਦੇ ਆ। ਤੇ ਚੰਗਾ ਜੋ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ। ਆਪਣੀ ਨਨਾਣ ਦੀ ਗੱਲ ਸੁਣ ਕੇ ਪ੍ਰਦੀਪ ਨੂੰ ਬਹੁਤ ਗੁੱਸਾ ਆਉਂਦਾ। ਦੂਜੇ ਤਰਫ ਮਨਜਿੰਦਰ ਕੌਰ ਆਪਣੀ ਬੇਟੀ ਸੁਮਨ ਤੋਂ ਫੋਨ ਫੜ ਕੇ ਕੱਟ ਦਿੰਦੀ ਆ ਤੇ ਸੁਮਨ ਨੂੰ ਝਿੜਕਣ ਲੱਗ ਜਾਂਦੀ ਆ ਕਿ ਤੂੰ ਆਪਣੀ ਭਾਬੀ ਨਾਲ ਕਿਉਂ ਸਵਾਲ ਜਵਾਬ ਕਰ ਰਹੀ ਆ? ਥੋੜ੍ਹੀ ਦੇਰ ਚੁੱਪ ਨਹੀਂ ਰਹਿ ਸਕਦੀ? ਫੋਨ ਫੜ ਕੇ ਤੈਨੂੰ ਵਿੱਚ ਗੱਲ ਕਰਨ ਦੀ ਕੀ ਜ਼ਰੂਰਤ ਸੀ? ਸੁਮਨ ਬੋਲੀ, ਮਾਂ ਜੀ, ਤੁਸੀਂ ਦੇਖਿਆ ਨਾ ਵੀਰਾ ਤੇ ਭਾਬੀ ਤੁਹਾਡੇ ਨਾਲ ਕਿਵੇਂ ਗੱਲਾਂ ਕਰ ਰਹੇ ਸੀ। ਮੈਥੋਂ ਬਰਦਾਸ਼ਤ ਨਹੀਂ ਹੋਇਆ। ਉਧਰ ਦੂਜੀ ਤਰਫ ਪ੍ਰਦੀਪ ਵੀ ਗੁੱਸੇ 'ਚ ਆਪਣੀ ਪਤੀ ਨਵਜੋਤ ਨੂੰ ਕਹਿੰਦੀ ਆ ਕਿ ਤੁਹਾਡੀ ਭੈਣ ਬਹੁਤ ਬੋਲਦੀ ਆ। ਕਿਸੇ ਦਿਨ ਦੋਨਾਂ ਮਾਵਾਂ ਧੀਆਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਅਕਲ ਟਿਕਾਣੇ ਲਿਆਉਣੀ ਪਵੇਗੀ ਕਿ ਉਹਨਾਂ ਦੀ ਔਕਾਤ ਕੀ ਆ। ਮੇਰੇ ਨਾਲ ਬਰਾਬਰੀ ਕਰ ਰਹੀਆਂ। ਕਿੱਥੇ ਮੈਂ ਸ਼ਹਿਰ ਦੇ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹੀ ਲਿਖੀ, ਸ਼ਹਿਰ 'ਚ ਰਹਿੰਦੀ ਆ ਤੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਜੌਬ ਕਰ ਰਹੀ ਆ, ਤੇ ਕਿੱਥੇ ਤੁਹਾਡੀ ਭੈਣ ਜੋ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਦੀ ਆ। ਉਸ ਦੀ ਫੀਸ ਤੁਹਾਡੀ ਮਾਂ ਸਿਲਾਈ ਕਰਕੇ ਬੜੀ ਮੁਸ਼ਕਲ ਨਾਲ ਭਰਦੀ ਆ, ਤੇ ਜੇ ਕੋਲ ਪੈਸੇ ਨਹੀਂ ਹੁੰਦੇ ਤਾਂ ਇੱਧਰੋਂ ਉੱਧਰੋਂ ਪੈਸੇ ਮੰਗ ਕੇ ਫੀਸ ਭਰਦੀ ਆ ਤੇ ਗੱਲ ਮੇਰੇ ਨਾਲ ਕਰਨ ਬੈਠਦੀਆਂ। ਮੈਨੂੰ ਮਿਲ ਲੈਣ ਦਿਓ, ਫਿਰ ਮੈਂ ਇਹਨਾਂ ਨੂੰ ਸਬਕ ਸਿਖਾਵਾਂਗੀ। ਆਪਣੀ ਪਤਨੀ ਦੀ ਗੱਲ ਸੁਣ ਕੇ ਨਵਜੋਤ ਬੋਲਿਆ, ਪ੍ਰਦੀਪ ਛੱਡਣਾ ਉਹਨਾਂ ਦੀਆਂ ਗੱਲਾਂ ਨੂੰ, ਯਾਦ ਕਰਕੇ ਕਿਉਂ ਆਪਣਾ ਦਿਲ ਜਲਾ ਰਹੀ ਆ? ਚੱਲ ਮੈਂ ਤੇਰੀ ਪਸੰਦ ਦੀ ਗ੍ਰੀਨ ਟੀ ਬਣਾ ਕੇ ਲਿਆਉਣਾ, ਇਕੱਠੇ ਬੈਠ ਕੇ ਗ੍ਰੀਨ ਟੀ ਨਾਲ ਇੰਜੋਏ ਕਰਾਂਗੇ। ਫਾਲਤੂ ਦੀਆਂ ਗੱਲਾਂ ਨਾਲ ਆਪਣਾ ਮੂਡ ਖਰਾਬ ਨਾ ਕਰ। ਪ੍ਰਦੀਪ ਬੋਲੀ, ਮੈਂ ਤੁਹਾਨੂੰ ਦੱਸ ਦਿੱਤਾ ਨਵਜੋਤ,
ਤੁਸੀਂ ਆਪਣੀ ਮਾਂ ਨੂੰ ਯਾਤਰਾ ਦੇ ਲਈ ਇੱਕ ਵੀ ਪੈਸਾ ਨਹੀਂ ਦੇਵੋਗੇ। ਜੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਨਵਜੋਤ ਬੋਲਿਆ, ਤੂੰ ਫਿਕਰ ਨਾ ਕਰ ਡਾਰਲਿੰਗ, ਤੇਰੇ ਤੋਂ ਪੁੱਛੇ ਬਿਨਾਂ ਮੈਂ ਕੁਝ ਵੀ ਨਹੀਂ ਕਰਾਂਗਾ। ਹੌਲੀ ਹੌਲੀ ਵਕਤ ਲੰਘਦਾ ਗਿਆ। ਨੌ ਪੁੱਤ ਦੋ ਟੁਕ ਵਿੱਚ ਹੀ ਜਵਾਬ ਦੇ ਦਿੰਦੇ ਸੀ। ਸੁਮਨ ਦੇ ਸਕੂਲ ਦੀ ਪੜ੍ਹਾਈ ਕੰਪਲੀਟ ਹੋ ਗਈ। ਉਹ ਕਿਸੇ ਚੰਗੇ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਸੀ। ਉਸਨੇ ਆਪਣੀ ਮਾਂ ਨੂੰ ਕਿਹਾ, ਮਾਂ ਮੇਰੀ ਸਕੂਲ ਦੀ ਪੜ੍ਹਾਈ ਖਤਮ ਹੋ ਗਈ, ਮੈਂ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਹਾਂ। ਮਨਜਿੰਦਰ ਕੌਰ ਨੇ ਕਿਹਾ, ਬੇਟਾ ਤੇਰੇ ਸਕੂਲ ਦੀ ਫੀਸ ਤਾਂ ਮੈਂ ਸਿਲਾਈ ਕਰਕੇ ਦੇ ਦਿੰਦੀ ਸੀ, ਪਰ ਤੇਰੇ ਕਾਲਜ ਦੀ ਫੀਸ ਤਾਂ ਬਹੁਤ ਜ਼ਿਆਦਾ ਹੋਵੇਗੀ, ਫਿਰ ਅਸੀਂ ਫੀਸ ਦੇ ਪੈਸੇ ਕਿੱਥੋਂ ਲਵਾਂਗੇ। ਸੁਮਨ ਵੀ ਆਪਣੀ ਮਾਂ ਦੀ ਹਾਲਤ ਚੰਗੀ ਤਰ੍ਹਾਂ ਸਮਝਦੀ ਸੀ ਤੇ ਵੀਰੇ ਤੋਂ ਵੀ ਕੋਈ ਪੈਸਾ ਨਹੀਂ ਲੈ ਸਕਦੇ ਸੀ। ਸੁਮਨ ਆਪਣੀ ਮਾਂ ਦੀ ਗੱਲ ਸੁਣ ਕੇ ਸ਼ਾਂਤ ਹੋ ਜਾਂਦੀ ਆ ਕਿ ਮਾਂ ਸਹੀ ਕਹਿ ਰਹੀ ਆ, ਕਾਲਜ ਦੀ ਫੀਸ ਬਹੁਤ ਜ਼ਿਆਦਾ ਹੋਵੇਗੀ। ਇਹ ਸੋਚ ਕੇ ਸੁਮਨ ਚੁੱਪ ਹੀ ਰਹਿੰਦੀ ਆ। ਮਾਣੀ ਮਨ ਵਿੱਚ ਸੋਚਦੀ ਰਹਿੰਦੀ ਆ ਕਿ ਜੇ ਮੈਂ ਅੱਗੇ ਪੜ੍ਹਾਈ ਨਾ ਕੀਤੀ ਤਾਂ ਫਿਰ ਨੌਕਰੀ ਕਿਵੇਂ ਕਰਾਂਗੀ। ਜੇ ਮੈਂ ਨੌਕਰੀ ਨਾ ਕੀਤੀ ਤਾਂ ਆਪਣੀਆਂ ਤੇ ਆਪਣੀ ਮਾਂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਾਂਗੀ। ਮਨਜਿੰਦਰ ਕੌਰ ਆਪਣੀ ਬੇਟੀ ਨੂੰ ਉਦਾਸ ਦੇਖਦੀ ਆ ਤਾਂ ਕਹਿੰਦੀ ਆ, ਬੇਟਾ ਸੁਣ, ਤੂੰ ਇੱਕ ਕੰਮ ਕਰ, ਸ਼ਹਿਰ ਕਿਸੇ ਵਧੀਆ ਕਾਲਜ ਵਿੱਚ ਐਡਮਿਸ਼ਨ ਲੈ ਲਾ। ਆਪਣੀ ਮਾਂ ਦੀ ਗੱਲ ਸੁਣ ਕੇ ਸੁਮਨ ਖੁਸ਼ੀ ਵਿੱਚ ਚਹਿਕ ਉੱਠਦੀ ਆ, ਪਰ ਅਗਲੇ ਹੀ ਪਲ ਉਦਾਸ ਹੋ ਜਾਂਦੀ ਆ ਤੇ ਕਹਿੰਦੀ ਆ, ਮਾਂ ਕਾਲਜ ਦੀ ਫੀਸ ਕਿਵੇਂ ਭਰਾਂਗੀ। ਤਾਂ ਮਨਜਿੰਦਰ ਨੇ ਕਿਹਾ, ਬੇਟਾ ਮੇਰੇ ਕੋਲ ਜ਼ਿਆਦਾ ਤਾਂ ਕੁਝ ਨਹੀਂ, ਪਰ ਮੇਰੇ ਕੋਲ ਸੋਨੇ ਦੇ ਕੰਗਣ ਤੇ ਕੰਨਾਂ ਦੇ ਝੁਮਕੇ ਆ, ਮੈਂ ਉਹਨਾਂ ਨੂੰ ਵੇਚ ਕੇ ਤੇਰੀ ਕਾਲਜ ਦੀ ਫੀਸ ਭਰ ਦੇਵਾਂਗੀ। ਸੁਮਨ ਬੋਲੀ, ਨਹੀਂ ਨਹੀਂ ਮਾਂ, ਮੈਂ ਤੁਹਾਡੀਆਂ ਇੰਨੀਆਂ ਕੀਮਤੀ ਚੀਜ਼ਾਂ ਨਹੀਂ ਵੇਚ ਸਕਦੀ। ਮਨਜਿੰਦਰ ਕੌਰ ਨੇ ਕਿਹਾ, ਨਹੀਂ ਬੇਟਾ, ਮੇਰੀ ਬੇਟੀ ਤੋਂ ਜ਼ਿਆਦਾ ਕੋਈ ਵੀ ਚੀਜ਼ ਕੀਮਤੀ ਨਹੀਂ। ਫਿਰ ਬੇਟਾ ਤੂੰ ਪਿੰਡ ਵਿੱਚ ਵੀ ਤਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ, ਸ਼ਹਿਰ ਵਿੱਚ ਵੀ ਟਿਊਸ਼ਨ ਪੜ੍ਹਾਉਣ ਲੱਗ ਜਾਵੀਂ ਤੇ ਆਪਣੇ ਖਾਣ ਪੀਣ ਦਾ ਖਰਚਾ ਨਿਕਲਣ ਲੱਗ ਜਾਵੇਗਾ। ਮੈਂ ਵੀ ਨਾਲ ਆਪਣੀ ਸਿਲਾਈ ਮਸ਼ੀਨ ਲੈ ਜਾਵਾਂਗੀ ਤੇ ਕੱਪੜੇ ਸਿਲਾਈ ਕਰਨ ਦਾ ਕੰਮ ਕਰ ਲਿਆ ਕਰਾਂਗੀ। ਮੈਂ ਆਪਣੀ ਬੇਟੀ ਦੀ ਪੜ੍ਹਾਈ ਦੀ ਇੱਛਾ ਜ਼ਰੂਰ ਪੂਰੀ ਕਰਾਂਗੀ। ਬੇਟਾ ਮੇਰੀ ਵੀ ਇੱਛਾ ਹੈ ਕਿ ਤੂੰ ਪੜ੍ਹ ਲਿਖ ਕੇ ਨੌਕਰੀ ਕਰੇ। ਤੂੰ ਆਪਣੀ ਮਾਂ ਦੀ ਗੱਲ ਮੰਨੇਗੀ ਨਾ। ਸੁਮਨ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਉਹ ਆਪਣੀ ਮਾਂ ਦੇ ਗੱਲ ਲੱਗ ਜਾਂਦੀ ਆ ਤੇ ਕਹਿੰਦੀ ਆ, ਹਾਂ ਮਾਂ, ਮੈਂ ਪੂਰਾ ਮਨ ਲਗਾ ਕੇ ਪੜ੍ਹਾਈ ਕਰਾਂਗੀ ਤੇ ਇੱਕ ਦਿਨ ਨੌਕਰੀ ਜ਼ਰੂਰ ਕਰਾਂਗੀ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦੇਵਾਂਗੀ, ਤੁਹਾਨੂੰ ਸਾਰੇ ਸੁੱਖ ਦੇਵਾਂਗੀ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਸੀਂ ਆਪਣੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਦੇਖੀਆਂ। ਜਾਣਦਾ ਤਾਂ ਵੀਰਾ ਵੀ ਸਭ ਕੁਝ ਆ, ਪਰ ਪਤਾ ਨਹੀਂ ਕਿਉਂ ਉਹ ਨੌਕਰੀ ਕਰਨ ਤੋਂ ਬਾਅਦ ਸਭ ਕੁਝ ਭੁੱਲ ਕੇ ਆਪਣੀ ਹੀ ਦੁਨੀਆ ਵਿੱਚ ਮਸਤ ਹੋ ਗਿਆ। ਉਸ ਨੂੰ ਆਪਣੇ ਨਾਲ ਕੁਝ ਲੈਣਾ ਦੇਣਾ ਹੀ ਨਹੀਂ। ਕੁਝ ਦਿਨਾਂ ਬਾਅਦ ਹੀ ਸ਼ਹਿਰ 'ਚ ਵਧੀਆ ਕਾਲਜ 'ਚ ਸੁਮਨ ਐਡਮਿਸ਼ਨ ਲੈ ਲੈਂਦੀ ਆ। ਸੁਮਨ ਸ਼ੁਰੂ ਤੋਂ ਹੀ ਪੜ੍ਹਾਈ 'ਚ ਬਹੁਤ ਇੰਟੈਲੀਜੈਂਟ ਸੀ, ਇਸ ਲਈ ਉਸ ਨੂੰ ਕਾਲਜ ਤੋਂ ਸਕਾਲਰਸ਼ਿਪ ਵੀ ਮਿਲ ਜਾਂਦੀ ਆ। ਹੁਣ ਸੁਮਨ ਮਨ ਲਗਾ ਕੇ ਪੜ੍ਹਾਈ ਕਰਦੀ ਸੀ, ਮਾਂ ਨਾਲ ਘਰ ਦੇ ਕੰਮ ਵੀ ਕਰਾਉਂਦੀ ਤੇ ਸ਼ਾਮ ਨੂੰ ਮੁਹੱਲੇ ਦੇ ਛੋਟੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਮਨਜਿੰਦਰ ਵੀ ਸਿਲਾਈ ਦਾ ਕੰਮ ਕਰਨ ਲੱਗ ਗਈ। ਹੁਣ ਉਹਨਾਂ ਦੇ ਘਰ ਦਾ ਖਰਚਾ ਅਤੇ ਕਮਰਿਆਂ ਦਾ ਕਿਰਾਇਆ ਆਸਾਨੀ ਨਾਲ ਨਿਕਲ ਆਉਂਦਾ ਹੈ। ਇੱਕ ਦਿਨ ਮਨਜਿੰਦਰ ਦੇ ਬੇਟੇ ਤੇ ਨੂੰਹ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਬੇਟਾ ਗੁੱਸੇ 'ਚ ਆਪਣੀ ਮਾਂ ਨੂੰ ਫੋਨ ਕਰਦਾ, ਮਾਂ ਤੂੰ ਪਾਗਲ ਹੋ ਗਈ ਜੋ ਸੁਮਨ ਨੂੰ ਸ਼ਹਿਰ ਲਿਜਾ ਕੇ ਪੜ੍ਹਾ ਰਹੀ ਆ। ਇੰਨੀ ਮਿਹਨਤ ਕਰਕੇ ਉਸ ਨੂੰ ਪੜ੍ਹਾਉਣ ਦੀ ਕੀ ਜ਼ਰੂਰਤ ਆ, ਉਹ ਤਾਂ ਪਰਾਈ ਆ, ਇੱਕ ਦਿਨ ਉਹਨੇ ਪਰਾਏ ਘਰ ਚਲੀ ਜਾਣਾ। ਉਹ ਨੌਕਰੀ ਵੀ ਕਰੇਗੀ ਤਾਂ ਤੈਨੂੰ ਕੀ ਫਾਇਦਾ ਹੋਵੇਗਾ, ਆਪਣੇ ਸਹੁਰੇ ਪਰਿਵਾਰ ਨੂੰ ਪੈਸੇ ਦੇਵੇਗੀ। ਮਨਜਿੰਦਰ ਨੂੰ ਆਪਣੇ ਬੇਟੇ ਦੀ ਗੱਲ ਸੁਣ ਕੇ ਬਹੁਤ ਹੀ ਗੁੱਸਾ ਆ ਜਾਂਦਾ ਤੇ ਕਹਿੰਦੀ ਆ, ਬੇਟਾ ਪੜ੍ਹਾਇਆ ਤਾਂ ਤੈਨੂੰ ਵੀ ਬਹੁਤ ਮਿਹਨਤ ਕਰਕੇ ਸੀ ਤੇ ਤੂੰ ਮੈਨੂੰ ਕੀ ਦਿੱਤਾ। ਜੇ ਮੇਰੀ ਬੇਟੀ ਵਿਆਹ ਕਰਵਾ ਕੇ ਆਪਣੇ ਘਰ ਚਲੀ ਜਾਵੇਗੀ ਤਾਂ ਤੂੰ ਵੀ ਤਾਂ ਮੈਨੂੰ ਛੱਡ ਕੇ ਚਲਾ ਹੀ ਗਿਆ। ਤੂੰ ਕਿਹੜਾ ਸਾਡਾ ਖਿਆਲ ਰੱਖਦਾ। ਜੇ ਤੂੰ ਸਾਡੀ ਮਦਦ ਨਹੀਂ ਕਰ ਸਕਦਾ ਤਾਂ ਫੋਨ ਕਰਕੇ ਸਾਨੂੰ ਪਰੇਸ਼ਾਨ ਵੀ ਨਾ ਕਰ। ਪਿੱਛੋਂ ਮਨਜਿੰਦਰ ਦੀ ਨੂੰਹ ਪ੍ਰਦੀਪ ਬੋਲਦੀ ਆ, ਨਵਜੋਤ ਤੁਹਾਡੀ ਮਾਂ ਪਾਗਲ ਹੋ ਗਈ ਆ, ਇਹਨੂੰ ਕਰ ਲੈਣ ਦਿਓ ਆਪਣੀ ਮਰਜ਼ੀ, ਦੇਖਦੇ ਆ ਇਸ ਦੀ ਬੇਟੀ ਕਿਹੜੀ ਨੌਕਰੀ ਕਰੇਗੀ। ਪਰ ਜੇ ਪੜ੍ਹ ਲਿਖ ਕੇ 10-5 ਹਜ਼ਾਰ ਵਾਲੀ ਨੌਕਰੀ ਕਰਨ ਵੀ ਲੱਗ ਗਈ ਤਾਂ ਉਸ ਨਾਲ ਸਿਰਫ ਖਰਚੇ ਹੀ ਪੂਰੇ ਹੁੰਦੇ ਆ, ਜ਼ਿੰਦਗੀ ਨਹੀਂ ਜਿਉਈ ਜਾਂਦੀ। ਘਰ ਦੇ ਖਰਚੇ ਵੀ ਮੁਸ਼ਕਲ ਨਾਲ ਪੂਰੇ ਹੁੰਦੇ ਆ। ਅੱਜ ਦੇਖੋ ਹਾਈ ਸੁਸਾਇਟੀ ਵਿੱਚ ਮੇਰੇ ਕੋਲ ਪੂਰੇ 5 ਕਮਰਿਆਂ ਵਾਲਾ ਘਰ ਆ। ਆਪਾਂ ਦੋਨੋਂ ਹਸਬੈਂਡ ਵਾਈਫ ਮਲਟੀਨੈਸ਼ਨਲ ਕੰਪਨੀ 'ਚ ਜੌਬ ਕਰਦੇ ਹਾਂ। ਘਰ 'ਚ ਸਾਰੀਆਂ ਸੁੱਖ ਸਹੂਲਤਾਂ, ਆਪਾਂ ਐਸ਼ ਦੀ ਜ਼ਿੰਦਗੀ ਜਿਉ ਰਹੇ ਹਾਂ, ਕੋਈ ਸਟਰਗਲ ਨਹੀਂ ਆਪਣੀ ਲਾਈਫ 'ਚ। ਭਾਬੀ ਦੀ ਗੱਲ ਸੁਣ ਕੇ
ਸੁਮਨ ਫੋਨ ਕੱਟ ਦਿੰਦੀ ਆ ਤੇ ਆਪਣੀ ਮਾਂ ਨਾਲ ਗੁੱਸੇ ਹੁੰਦੀ ਆ ਕਿ ਮਾਂ ਤੁਹਾਨੂੰ ਕਿੰਨੇ ਵਾਰ ਮਨਾ ਕੀਤਾ ਕਿ ਤੁਸੀਂ ਭਾਬੀ ਦੇ ਤਾਨੇ ਸੁਣਨ ਲਈ ਉਸ ਨਾਲ ਗੱਲ ਕਰਦੇ ਹੋ। ਫਿਰ ਦੁਬਾਰਾ ਨਵਜੋਤ ਦਾ ਫੋਨ ਆਉਂਦਾ ਤੇ ਕਹਿੰਦਾ ਮਾਂ ਤੁਸੀਂ ਮੇਰਾ ਫੋਨ ਕੱਟ ਦਿੱਤਾ। ਅਸਲ ਗੱਲ ਤਾਂ ਸੁਣੀ ਨਹੀਂ। ਸਾਡੀ ਦੋਹਾਂ ਦੀ ਮੈਰਿਜ ਐਨਵਰਸਰੀ ਆ ਰਹੀ ਆ ਤੇ ਅਸੀਂ ਬਹੁਤ ਵੱਡਾ ਫੰਕਸ਼ਨ ਕਰ ਰਹੇ ਹਾਂ। ਤੁਹਾਨੂੰ ਵੀ ਫੰਕਸ਼ਨ 'ਚ ਇਨਵਾਈਟ ਕੀਤਾ। ਬੇਟੇ ਦੀ ਗੱਲ ਸੁਣ ਕੇ ਮਨਜਿੰਦਰ 1 ਮਿੰਟ ਲਈ ਚੁੱਪ ਹੋ ਜਾਂਦੀ ਆ। ਉਸ ਨੂੰ ਸਮਝ ਨਹੀਂ ਆਉਂਦੀ ਕਿ ਕੀ ਜਵਾਬ ਦੇਵਾਂ। ਅੱਗੋਂ ਨਵਜੋਤ ਬੋਲਿਆ ਮਾਂ ਮਾਂ ਕਿੱਥੇ ਗਵਾਚ ਗਈ ਤੂੰ? ਮੇਰੀ ਗੱਲ ਤਾਂ ਸੁਣ ਰਹੀ ਆ। ਮੇਰੇ ਕੋਲ ਜ਼ਿਆਦਾ ਟਾਈਮ ਨਹੀਂ। ਮੈਂ ਤੁਹਾਨੂੰ ਹੁਣੇ ਇਨਵਾਈਟ ਕਰ ਲਿਆ ਤੇ ਔਨਲਾਈਨ ਟਿਕਟਾਂ ਭੇਜ ਦੇਵਾਂਗਾ। ਇਹ ਕਹਿ ਕੇ ਨਵਜੋਤ ਨੇ ਫੋਨ ਕੱਟ ਦਿੱਤਾ। ਫਿਰ ਮਨਜਿੰਦਰ ਕੌਰ ਆਪਣੀ ਬੇਟੀ ਸੁਮਨ ਨੂੰ ਕਹਿਣ ਲੱਗੀ ਬੇਟਾ ਨਵਜੋਤ ਨੇ ਆਪਾਂ ਦੋਹਾਂ ਨੂੰ ਆਪਣੀ ਐਨਵਰਸਰੀ 'ਤੇ ਇਨਵਾਈਟ ਕੀਤਾ ਤੇ ਉਸ ਨੇ ਆਪਣੀਆਂ ਦਿੱਲੀ ਦੀਆਂ ਟਿਕਟਾਂ ਵੀ ਕਰਵਾ ਦਿੱਤੀਆਂ। ਹੁਣ ਆਪਾਂ ਨੂੰ ਜਾਣਾ ਪਵੇਗਾ। ਸੁਮਨ ਬੋਲੀ ਮਾਂ ਵੀਰੇ ਨੇ ਆਪਣੇ ਤੋਂ ਬਿਨਾਂ ਪੁੱਛੇ ਟਿਕਟਾਂ ਕਿਉਂ ਕਰਵਾਈਆਂ? ਟਿਕਟ ਕਰਵਾਉਣ ਤੋਂ ਪਹਿਲਾਂ ਆਪਾਂ ਨੂੰ ਪੁੱਛਣਾ ਚਾਹੀਦਾ ਸੀ। ਮੈਂ ਨਹੀਂ ਜਾਣਾ ਉਸ ਦੇ ਘਰ। ਮਨਜਿੰਦਰ ਬੋਲੀ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਕਹਿੰਦੇ। ਉਹਨਾਂ ਨੇ ਆਪਾਂ ਨੂੰ ਪਿਆਰ ਨਾਲ ਬੁਲਾਇਆ ਤੇ ਆਪਾਂ ਨੂੰ ਜਾਣਾ ਪਵੇਗਾ। ਸੁਮਨ ਬੋਲੀ ਮਾਂ ਇੱਧਰ ਮੇਰੀ ਪੜ੍ਹਾਈ, ਬੱਚਿਆਂ ਦੀ ਟਿਊਸ਼ਨ ਤੇ ਤੁਹਾਡੀ ਸਿਲਾਈ ਦਾ ਕੰਮ ਰੁਕ ਜਾਵੇਗਾ। ਸਭ ਕੁਝ ਕਿਵੇਂ ਮੈਨੇਜ ਕਰਾਂਗੇ? ਮਨਜਿੰਦਰ ਬੋਲੀ ਕੋਈ ਨਾ ਬੇਟਾ ਆਪਾਂ ਜ਼ਿਆਦਾ ਦਿਨ ਨਹੀਂ ਰਹਿੰਦੀਆਂ, ਬਸ ਸਿਰਫ 2 ਦਿਨ ਦੇ ਲਈ ਰੁਕਾਂਗੇ ਤੇ ਵਾਪਸ ਆ ਜਾਵਾਂਗੇ। ਸੁਮਨ ਆਪਣੀ ਮਾਂ ਦੀ ਜਿੱਦ ਕਰਨ ਤੇ ਆਪਣੇ ਵੀਰੇ ਭਾਬੀ ਦੇ ਘਰ ਜਾਣ ਲਈ ਤਿਆਰ ਹੋ ਜਾਂਦੀ ਆ। ਜਿਵੇਂ ਸੁਮਨ ਤੇ ਮਨਜਿੰਦਰ ਕੌਰ ਨਵਜੋਤ ਤੇ ਪ੍ਰਦੀਪ ਦੇ ਘਰ ਪਹੁੰਚਦੀਆਂ, ਨਵਜੋਤ ਤੇ ਪ੍ਰਦੀਪ ਸੋਫੇ ਤੇ ਬੈਠੇ ਹੁੰਦੇ ਆ। ਸੱਚਮੁੱਚ ਨਵਜੋਤ ਦਾ ਘਰ ਬਹੁਤ ਹੀ ਆਲੀਸ਼ਾਨ ਆ। ਘਰ ਵਿੱਚ ਮਹਿੰਗੀਆਂ ਚੀਜ਼ਾਂ ਪਈਆਂ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ। ਘਰ 'ਚ 3 ਸਰਵੈਂਟ ਫਿਰਦੇ ਆ। ਸੁਮਨ ਚੁੱਪਚਾਪ ਜਾ ਕੇ ਸੋਫੇ 'ਤੇ ਬੈਠ ਜਾਂਦੀ ਆ। ਉਧਰ ਫਾਰਮੈਲਿਟੀ ਦੇ ਤੌਰ 'ਤੇ ਪ੍ਰਦੀਪ ਆਪਣੀ ਸੱਸ ਦੇ ਪੈਰ ਛੂੰਹਦੀ ਆ ਤੇ ਸੁਮਨ ਨੂੰ ਮਿਲਦੀ ਆ। ਫਿਰ ਆਪਣੇ ਨੌਕਰ ਨੂੰ ਆਵਾਜ਼ ਦਿੰਦੀ ਆ ਕਿ ਇਹਨਾਂ ਨੂੰ ਚਾਹ ਬਣਾ ਕੇ ਲੈ ਆ। ਮੈਂ ਚਾਹ ਨਹੀਂ ਪੀਂਦੀ, ਮੇਰੀ ਗ੍ਰੀਨ ਟੀ ਬਣਾ ਲਵੀਂ। ਗ੍ਰੀਨ ਟੀ ਪੀਣ ਤੋਂ ਬਾਅਦ ਪ੍ਰਦੀਪ ਕਹਿੰਦੀ ਆ ਚਲੋ ਮਾਂ ਜੀ ਮੈਂ ਤੁਹਾਨੂੰ ਤੁਹਾਡਾ ਕਮਰਾ ਦਿਖਾ ਦਿੰਨੀ ਆ। ਉਹ ਕਮਰਾ ਘਰ ਵਿੱਚ ਸਭ ਤੋਂ ਛੋਟਾ ਕਮਰਾ ਹੁੰਦਾ। ਉਸ ਵਿੱਚ ਸਟੋਰ ਦਾ ਸਮਾਨ ਰੱਖਿਆ ਹੈ। ਸੱਸ ਦਾ ਸਮਾਨ ਉਸ ਕਮਰੇ ਵਿੱਚ ਰੱਖ ਕੇ ਪ੍ਰਦੀਪ ਕਹਿਣ ਲੱਗੀ ਮਾਂ ਜੀ ਬਾਕੀ ਕਮਰੇ ਮੈਂ ਆਪਣੇ ਪੇਕਿਆਂ ਵਾਸਤੇ ਰੱਖੇ ਆ, ਤੁਸੀਂ ਇਸ ਕਮਰੇ ਵਿੱਚ ਹੀ ਰਹਿ ਲੈਣਾ। ਵੈਸੇ ਵੀ ਤੁਹਾਨੂੰ ਪਿੰਡ ਵਿੱਚ ਛੋਟੇ ਜਿਹੇ ਕਮਰੇ 'ਚ ਰਹਿਣ ਦੀ ਆਦਤ ਆ। ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਇਸ ਕਮਰੇ 'ਚ ਕੋਈ ਦਿੱਕਤ ਨਹੀਂ ਹੋਵੇਗੀ। ਮਨਜਿੰਦਰ ਕੌਰ ਨੂੰ ਕਿਸੇ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਹ ਚੁੱਪ ਰਹਿੰਦੀ ਆ। ਅਗਲੇ ਦਿਨ ਐਨਵਰਸਰੀ ਦੀ ਪਾਰਟੀ ਸੀ। ਪਾਰਟੀ ਦੀਆਂ ਸਾਰੀਆਂ ਤਿਆਰੀਆਂ ਬਹੁਤ ਜ਼ੋਰਾਂ ਸ਼ੋਰਾਂ 'ਤੇ ਹੋ ਰਹੀਆਂ ਸੀ। ਪ੍ਰਦੀਪ ਦੇ ਪੇਕੇ ਵੀ ਆ ਗਏ। ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਪ੍ਰਦੀਪ ਦੀ ਭੈਣ, ਭਰਾ, ਭਾਬੀ, ਮਾਂ ਤੇ ਆਂਢ ਗੁਆਂਢ ਤੇ ਹੋਰ ਰਿਸ਼ਤੇਦਾਰ ਅਤੇ ਆਫਿਸ ਦਾ ਸਾਰਾ ਸਟਾਫ ਆਇਆ ਸੀ। ਜ਼ਿਆਦਾ ਮਹਿਮਾਨਾਂ ਦੀ ਵਜ੍ਹਾ ਕਰਕੇ ਪ੍ਰਦੀਪ ਨੂੰ ਬਹੁਤ ਜ਼ਿਆਦਾ ਕੰਮ ਸੀ। ਫਿਰ ਉਹ ਆਪਣੀ ਸੱਸ ਮਨਜਿੰਦਰ ਦੇ ਕਮਰੇ 'ਚ ਜਾਂਦੀ ਆ ਤੇ ਕਹਿੰਦੀ ਆ ਕਿ ਅੱਜ ਤੁਹਾਡੇ ਬੇਟੇ ਤੇ ਨੂੰਹ ਦੀ ਐਨਵਰਸਰੀ ਆ। ਘਰ ਵਿੱਚ ਕਿੰਨੇ ਮਹਿਮਾਨ ਆਏ ਆ। ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਘਰ ਵਿੱਚ ਆਈਆਂ ਤੇ ਸਾਨੂੰ ਕੋਈ ਕੰਮ ਧੰਦਾ ਵੀ ਦੇਖ ਲੈਣਾ ਚਾਹੀਦਾ? ਜਲਦੀ ਨਾਲ ਰਸੋਈ ਵਿੱਚ ਚਲੀਆਂ ਜਾਓ, ਤੁਹਾਡੀ ਜ਼ਰੂਰਤ ਆ। ਬਾਹਰ ਮਹਿਮਾਨ ਬੈਠੇ ਆ, ਸਭ ਨੂੰ ਚਾਹ ਨਾਸ਼ਤਾ ਦੇਣਾ। ਪਿੱਛੋਂ ਨਵਜੋਤ ਆ ਕੇ ਬੋਲਿਆ ਹਾਂ ਮਾਂ ਅੱਜ ਬਹੁਤ ਕੰਮ, ਥੋੜ੍ਹਾ ਬਹੁਤ ਕੰਮ ਕਰ ਲਓ। ਜਦੋਂ ਦੇ ਆਏ ਹੋ ਅੰਦਰ ਹੀ ਬੈਠੇ ਹੋ। ਸੁਮਨ ਨੂੰ ਆਪਣੇ ਭਰਾ ਤੇ ਭਾਬੀ ਦਾ ਬਿਹੇਵ ਚੰਗਾ ਨਹੀਂ ਲੱਗਦਾ ਕਿਉਂਕਿ ਭਾਬੀ ਦੇ ਆਪਣੇ ਪੇਕੇ ਤਾਂ ਸਾਰੇ ਆਰਾਮ ਨਾਲ ਸੋਫੇ 'ਤੇ ਬੈਠੇ ਸੀ ਤੇ ਭਾਬੀ ਮੇਰੀ ਬੁੱਢੀ ਮਾਂ ਨੂੰ ਕੰਮ ਕਰਨ ਦੇ ਲਈ ਕਹਿ ਰਹੀ ਸੀ। ਫਿਰ ਸੁਮਨ ਕੁਝ ਸੋਚ ਕੇ ਬੋਲਦੀ ਆ ਚਲੋ ਭਾਬੀ ਮੈਂ ਤੁਹਾਡੇ ਨਾਲ ਚੱਲਦੀ ਆ ਕਿ ਕੀ ਕੰਮ ਕਰਨਾ ਮੈਨੂੰ ਦੱਸੋ, ਮੈਂ ਕਰ ਦੇਵਾਂਗੀ। ਮਾਂ ਨੂੰ ਫਿਲਹਾਲ ਬੈਠਕ ਵਿੱਚ ਬੈਠੇ ਰਹਿਣ ਦਿਓ, ਮਹਿਮਾਨਾਂ ਨਾਲ ਗੱਲਬਾਤ ਕਰ ਲੈਣਗੇ। ਪ੍ਰਦੀਪ ਬੋਲੀ ਇਹ ਮੇਰੇ ਪੇਕਿਆਂ ਨਾਲ ਕੀ ਗੱਲ ਕਰੇਗੀ? ਇਸ ਤੋਂ ਚੰਗਾ ਰਸੋਈ 'ਚ ਜਾ ਕੇ ਕੰਮ ਕਰ ਲਵੇ। ਇਹ ਕਹਿ ਕੇ ਪ੍ਰਦੀਪ ਚਲੀ ਗਈ। ਸੁਮਨ ਇਹ ਸੋਚ ਕੇ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਆ ਕਿ ਚਲੋ ਵੀਰੇ ਭਾਬੀ ਦਾ ਘਰ ਹੀ ਆ, ਜੇ ਥੋੜ੍ਹਾ ਕੰਮ ਕਰ ਲਵਾਂਗੀ ਤਾਂ ਕੀ ਵਿਗੜ ਜਾਵੇਗਾ। ਵੈਸੇ ਵੀ ਫੰਕਸ਼ਨ ਵਾਲਾ ਘਰ ਆ ਤੇ ਕੰਮ ਵਿੱਚ ਮਦਦ ਤਾਂ ਕਰਨੀ ਚਾਹੀਦੀ ਆ। ਸੁਮਨ ਬੜੇ ਹੀ ਪਿਆਰ ਨਾਲ ਆਪਣੀ ਭਾਬੀ ਦੀ ਹੈਲਪ ਕਰਨ ਲੱਗ ਜਾਂਦੀ ਆ। ਪ੍ਰਦੀਪ ਜਾਣ ਬੁੱਝ ਕੇ ਆਪਣੀ ਸੱਸ ਅਤੇ ਨਨਾਣ ਨੂੰ ਉਸ ਸਾਈਡ ਕੰਮ ਕਰਨ ਲਈ ਭੇਜਦੀ ਆ ਜਿੱਥੇ ਉਸ ਦੀਆਂ ਫਰੈਂਡਸ ਅਤੇ ਆਫਿਸ ਦਾ ਸਟਾਫ ਬੈਠਾ ਹੁੰਦਾ। ਪ੍ਰਦੀਪ ਬੋਲੀ ਸੁਮਨ ਮੇਰੀ ਉਸ ਫਰੈਂਡ ਨੂੰ ਕੋਲਡ ਡਰਿੰਕ ਦੇ ਦੇ, ਉਹਦਾ ਬੱਚਾ ਛੋਟਾ ਕਦੋਂ ਦਾ ਕੋਲਡ ਡਰਿੰਕ ਮੰਗ ਰਿਹਾ। ਸੁਮਨ ਜਦੋਂ ਕੋਲਡ ਡਰਿੰਕ ਲੈ ਕੇ ਜਾਂਦੀ ਆ ਤਾਂ ਉਹ ਬੱਚਾ ਹੱਥ ਮਾਰ ਕੇ ਕੋਲਡ ਡਰਿੰਕ ਡੋਲ ਦਿੰਦਾ
ਫਿਰ ਪ੍ਰਦੀਪ ਆਪਣੀ ਸੱਸ ਨੂੰ ਕਹਿੰਦੀ ਹੈ, ਜਾਓ ਪੋਚਾ ਲੈ ਕੇ ਉਸ ਜਗ੍ਹਾ ਸਾਫ਼ ਕਰ ਦਿਓ। ਮਨਜਿੰਦਰ ਜਿਵੇਂ ਹੀ ਪੋਚਾ ਲਗਾਉਣ ਲੱਗਦੀ ਆ ਤਾਂ ਕੋਲ ਬੈਠੀ ਪ੍ਰਦੀਪ ਦੀ ਸਹੇਲੀ ਬੋਲਦੀ ਆ, ਪ੍ਰਦੀਪ ਤੂੰ ਨਵੀਂ ਮੇਡ ਰੱਖ ਲਈ। ਦੋਨੋਂ ਮੇਡ ਨਵੀਆਂ ਲੱਗ ਰਹੀਆਂ। ਸੁਮਨ ਉਸ ਦੀ ਗੱਲ ਸੁਣ ਕੇ ਦੰਗ ਰਹਿ ਜਾਂਦੀ ਆ ਤੇ ਫਿਰ ਆਪਣੀ ਭਾਬੀ ਦੇ ਚਿਹਰੇ ਵੱਲ ਦੇਖਦੀ ਆ ਕਿ ਭਾਬੀ ਇਸ ਗੱਲ ਨੂੰ ਕਲੀਅਰ ਕਰੇਗੀ ਕਿ ਮੇਡ ਨਹੀਂ ਬਲਕਿ ਸਾਡੇ ਘਰ ਦਾ ਹਿੱਸਾ ਹਨ। ਪਰ ਪ੍ਰਦੀਪ ਦਾ ਜਵਾਬ ਸੁਣ ਕੇ ਮਨਜਿੰਦਰ ਤੇ ਸੁਮਨ ਦੰਗ ਰਹਿ ਜਾਂਦੀਆਂ। ਪ੍ਰਦੀਪ ਬੋਲਦੀ ਆ, ਹਾਂ ਹਾਂ ਯਾਰ, ਮੈਂ ਇਹ ਦੋਨੋਂ ਨੌਕਰਾਣੀਆਂ ਨਵੀਆਂ ਰੱਖੀਆਂ, ਜ਼ਿਆਦਾ ਦਿਨ ਨਹੀਂ ਹੋਏ, ਸਿਰਫ 2 ਦਿਨ ਤੋਂ ਕੰਮ ਤੇ ਆ ਰਹੀਆਂ। ਦੋਵੇਂ ਮਾਵਾਂ ਧੀਆਂ ਇਕੱਠੀਆਂ ਆਉਂਦੀਆਂ ਤਾਂ ਕੰਮ ਕਰਨ 'ਚ ਆਸਾਨੀ ਹੋ ਜਾਂਦੀ ਆ, ਸਾਰਾ ਕੰਮ ਫਟਾਫਟ ਹੋ ਜਾਂਦਾ। ਉਹ ਬੁੜਗੇ, ਜੇ ਫਰਸ਼ ਸਾਫ਼ ਹੋ ਗਿਆ ਤਾਂ ਸਾਡੇ ਸਭ ਦੇ ਲਈ ਜਾ ਕੇ ਨਾਸ਼ਤਾ ਲੈ ਕੇ ਆ। ਫਿਰ ਪ੍ਰਦੀਪ ਦੀ ਦੂਜੀ ਫਰੈਂਡ ਨਵਦੀਪ ਬੋਲੀ, ਓਹੋ ਪ੍ਰਦੀਪ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਦਰਅਸਲ ਮੇਰੀ ਕੰਮ ਵਾਲੀ ਵੀ ਪਿੰਡ ਗਈ ਹੋਈ ਆ। ਇਹਨਾਂ ਮਾਵਾਂ ਧੀਆਂ ਨੂੰ ਮੇਰੇ ਘਰ ਵੀ ਕੰਮ ਲਈ ਭੇਜ ਦਿਆ ਕਰ। ਸੁਮਨ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਉਹ ਆਪਣੀ ਮਾਂ ਦੇ ਹੱਥ ਵਿੱਚੋਂ ਪੋਚਾ ਫੜ ਕੇ ਦੂਜੀ ਸਾਈਡ ਸੁੱਟ ਦਿੰਦੀ ਆ ਤੇ ਮਾਂ ਦਾ ਹੱਥ ਫੜ ਕੇ ਕਮਰੇ 'ਚ ਜਾਂਦੀ ਆ। ਮਨਜਿੰਦਰ ਕੌਰ ਨੂੰ ਆਪਣੀ ਨੂੰਹ ਦੀ ਗੱਲ ਦਾ ਬਹੁਤ ਦੁੱਖ ਹੁੰਦਾ। ਉਸ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਕਿਉਂਕਿ ਅਜੇ ਤੱਕ ਉਹ ਆਪਣੇ ਬੇਟੇ ਤੇ ਨੂੰਹ ਦਾ ਘਰ ਸਮਝ ਕੇ ਕੰਮ ਕਰ ਰਹੀ ਸੀ। ਪਰ ਅੱਜ ਪ੍ਰਦੀਪ ਨੇ ਸਭ ਦੇ ਸਾਹਮਣੇ ਉਹਨਾਂ ਨੂੰ ਨੌਕਰਾਣੀਆਂ ਕਹਿ ਕੇ ਬੁਲਾਇਆ। ਸੁਮਨ ਬੋਲੀ, ਮਾਂ ਮੈਂ ਇੰਨੀ ਬੇਇੱਜ਼ਤੀ ਕਰਵਾ ਕੇ ਚੁੱਪ ਨਹੀਂ ਰਹਿ ਸਕਦੀ। ਭਾਬੀ ਨੇ ਆਪਾਂ ਨੂੰ ਇੱਥੇ ਬੁਲਾ ਕੇ ਆਪਣੀ ਬੇਇੱਜ਼ਤੀ ਕੀਤੀ ਆ। ਮੈਂ ਭਾਬੀ ਦੀ ਇਹ ਗਲਤੀ ਪੂਰੀ ਜ਼ਿੰਦਗੀ ਨਹੀਂ ਭੁੱਲਾਂਗੀ ਤੇ ਕਦੇ ਵੀ ਵੀਰੇ ਭਾਬੀ ਦੇ ਘਰ ਨਹੀਂ ਆਵਾਂਗੀ। ਇਸ ਵਾਰ ਮਨਜਿੰਦਰ ਸੁਮਨ ਦੀ ਗੱਲ ਨੂੰ ਨਹੀਂ ਟੋਕਦੀ ਕਿਉਂਕਿ ਮਨਜਿੰਦਰ ਨੂੰ ਪਤਾ ਲੱਗ ਜਾਂਦਾ ਕਿ ਕਿਤੇ ਨਾ ਕਿਤੇ ਮੇਰੀ ਬੇਟੀ ਸਹੀ ਆ। ਅਗਲੇ ਦਿਨ ਦੋਨੋਂ ਮਾਂ ਬੇਟੀ ਬਿਨਾਂ ਕਿਸੇ ਨੂੰ ਕੁਝ ਕਹੇ ਚੁੱਪਚਾਪ ਪਿੰਡ ਵਾਪਸ ਚਲੀਆਂ ਜਾਂਦੀਆਂ। ਹੌਲੀ ਹੌਲੀ 3 ਸਾਲ ਲੰਘ ਗਏ। ਇੱਕ ਦਿਨ ਪ੍ਰਦੀਪ ਬੈਠੀ ਗ੍ਰੀਨ ਟੀ ਪੀ ਰਹੀ ਆ ਤੇ ਨਾਲ ਦੀ ਨਾਲ ਨਿਊਜ਼ਪੇਪਰ ਦੇਖ ਰਹੀ ਆ। ਉਸ ਦੀ ਨਿਊਜ਼ ਪੇਪਰ 'ਤੇ ਛਪੀ ਆਪਣੀ ਨਨਾਣ ਸੁਮਨ ਦੀ ਫੋਟੋ 'ਤੇ ਜਾਂਦੀ ਆ। ਨਿਊਜ਼ ਪੜ੍ਹ ਕੇ ਉਹ ਹੈਰਾਨ ਰਹਿ ਜਾਂਦੀ ਆ ਕਿਉਂਕਿ ਸੁਮਨ ਨੇ ਪੂਰੇ ਕਾਲਜ ਵਿੱਚੋਂ ਟੌਪ ਕੀਤਾ ਸੀ ਤੇ ਉਸ ਦੀ ਫੋਟੋ ਨਿਊਜ਼ਪੇਪਰ ਵਿੱਚ ਛਪੀ ਸੀ। ਫਿਰ ਪ੍ਰਦੀਪ ਭੱਜ ਕੇ ਨਵਜੋਤ ਨੂੰ ਨਿਊਜ਼ਪੇਪਰ ਦਿਖਾਉਂਦੀ ਆ ਕਿ ਦੇਖੋ ਤੁਹਾਡੀ ਭੈਣ ਨੇ ਕਾਲਜ 'ਚੋਂ ਟੌਪ ਕੀਤਾ। ਹੁਣ ਪ੍ਰਦੀਪ ਨੂੰ ਇਹੀ ਚਿੰਤਾ ਖਾ ਰਹੀ ਆ ਕਿ ਸੁਮਨ ਕਾਲਜ ਵਿੱਚੋਂ ਟੌਪ ਕਿਵੇਂ ਕਰ ਗਈ। ਹੁਣ ਉਸ ਨੂੰ ਚੰਗੀ ਨੌਕਰੀ ਮਿਲ ਜਾਵੇਗੀ ਤੇ ਉਹ ਮੇਰੀ ਬਰਾਬਰੀ ਕਰੇਗੀ। ਇਹ ਗੱਲ ਕਨਫਰਮ ਕਰਨ ਦੇ ਲਈ ਪ੍ਰਦੀਪ ਆਪਣੇ ਪਤੀ ਨਵਜੋਤ ਤੋਂ ਆਪਣੀ ਮਾਂ ਨੂੰ ਫੋਨ ਕਰਵਾਉਂਦੀ ਆ। ਮਨਜਿੰਦਰ ਖੁਸ਼ੀ ਵਿੱਚ ਨਵਜੋਤ ਨੂੰ ਸਭ ਕੁਝ ਦੱਸ ਦਿੰਦੀ ਆ ਕਿ ਹਾਂ ਬੇਟਾ, ਤੇਰੀ ਭੈਣ ਸੁਮਨ ਨੇ ਪੂਰੇ ਕਾਲਜ 'ਚ ਟੌਪ ਕੀਤਾ ਤੇ ਬਹੁਤ ਵਧੀਆ ਨੰਬਰ ਲਏ ਆ। ਹੋਰ ਤਾਂ ਹੋਰ ਕਾਲਜ ਵਿੱਚ 3 ਕੰਪਨੀਆਂ ਵੱਲੋਂ ਤੇਰੀ ਭੈਣ ਨੂੰ ਜੋਬ ਲਈ ਆਫਰ ਮਿਲਿਆ। ਹੁਣ ਦੇਖੋ ਸੁਮਨ ਕਿੱਥੇ ਜੋਬ ਕਰਦੀ ਆ। ਇਹ ਸੁਣ ਕੇ ਪ੍ਰਦੀਪ ਦੇ ਪਸੀਨੇ ਛੁੱਟਣ ਲੱਗ ਜਾਂਦੇ ਆ ਕਿ ਉਹ ਪਿੰਡ ਦੀ ਅਨਪੜ੍ਹ ਗਵਾਰ ਕਿਵੇਂ ਕਾਲਜ ਨੂੰ ਟੌਪ ਕਰ ਗਈ ਤੇ ਹੁਣ ਉਸ ਨੂੰ ਜੋਬ ਲਈ 3 ਆਫਰ ਵੀ ਆ ਗਏ। ਟੈਨਸ਼ਨ ਦੀ ਵਜ੍ਹਾ ਨਾਲ ਪ੍ਰਦੀਪ ਬਿਮਾਰ ਰਹਿਣ ਲੱਗਦੀ ਆ। ਡੇਂਗੂ ਤਾਂ ਉਸ ਨੂੰ ਪਹਿਲਾਂ ਹੀ ਸੀ। ਹੁਣ ਉਸ ਨੂੰ ਆਫਿਸ ਤੋਂ ਪੂਰੇ 10 ਦਿਨ ਦੀ ਛੁੱਟੀ ਲੈਣੀ ਪਈ। ਤਬੀਅਤ ਠੀਕ ਹੋਣ ਤੋਂ ਬਾਅਦ ਪ੍ਰਦੀਪ ਆਪਣੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੀ ਆ ਤੇ ਆਫਿਸ ਤੋਂ ਫਿਰ 15 ਛੁੱਟੀਆਂ ਲੈ ਲੈਂਦੀ ਆ ਤੇ ਕੁੱਲੂ ਮਨਾਲੀ ਘੁੰਮਣ ਦੇ ਲਈ ਚਲੀ ਜਾਂਦੀ ਆ। ਜਦੋਂ ਘੁੰਮ ਫਿਰ ਕੇ ਪ੍ਰਦੀਪ ਘਰ ਵਾਪਸ ਆਉਂਦੀ ਆ ਤਾਂ ਉਸ ਦੀ ਤੇ ਦੁਬਾਰਾ ਸਿਹਤ ਖਰਾਬ ਹੋ ਜਾਂਦੀ ਆ, ਜਿਸ ਦੀ ਵਜ੍ਹਾ ਕਰਕੇ ਉਸ ਨੂੰ ਹੋਰ ਛੁੱਟੀਆਂ ਲੈਣੀਆਂ ਪੈਂਦੀਆਂ। ਇਸ ਤਰ੍ਹਾਂ ਪ੍ਰਦੀਪ ਦੀਆਂ ਆਫਿਸ ਤੋਂ ਕਾਫੀ ਛੁੱਟੀਆਂ ਹੋ ਜਾਂਦੀਆਂ। ਨਾ ਹੀ ਉਹ ਕੰਮ ਕਰਦੀ ਆ ਨਾ ਹੀ ਆਫਿਸ ਜਾ ਰਹੀ ਆ। ਇਸ ਤਰ੍ਹਾਂ ਪ੍ਰਦੀਪ ਦੀ ਵਜ੍ਹਾ ਕਰਕੇ ਆਫਿਸ ਵਿੱਚ ਪਰੇਸ਼ਾਨੀ ਹੋ ਰਹੀ ਸੀ। ਜੇ ਪ੍ਰਦੀਪ ਦਾ ਬੌਸ ਉਸ ਨੂੰ ਕੁਝ ਕਹਿ ਦਿੰਦਾ ਤਾਂ ਪ੍ਰਦੀਪ ਉਸ ਨੂੰ ਉਲਟਾ ਜਵਾਬ ਦਿੰਦੀ ਸੀ। ਇਸ ਕਰਕੇ ਬੌਸ ਨੇ ਉਸ ਨੂੰ ਜੌਬ ਤੋਂ ਕੱਢ ਦਿੱਤਾ। ਬਾਅਦ ਵਿੱਚ ਪ੍ਰਦੀਪ ਨੇ ਆਪਣੇ ਬੌਸ ਦੀ ਬਹੁਤ ਮਿਹਨਤ ਕੀਤੀ ਪਰ ਉਹਨਾਂ ਨੇ ਉਸ ਦੀ ਇੱਕ ਨਹੀਂ ਸੁਣੀ। ਪ੍ਰਦੀਪ ਦਾ ਸ਼ੁਰੂ ਤੋਂ ਹੀ ਆਕੜ ਵਾਲਾ ਸੁਭਾਅ ਸੀ। ਉਹ ਹਰ ਕਿਸੇ ਨਾਲ ਬਹੁਤ ਬੁਰਾ ਬਿਹੇਵ ਕਰਦੀ। ਹੁਣ ਪ੍ਰਦੀਪ ਘਰ ਵਿੱਚ ਬੈਠੀ ਆ, ਕੋਈ ਕੰਮ ਨਹੀਂ ਕਰਦੀ। ਟੈਨਸ਼ਨ ਤੇ ਪਰੇਸ਼ਾਨੀ ਦੀ ਵਜ੍ਹਾ ਕਰਕੇ ਕੋਈ ਨਵੀਂ ਨੌਕਰੀ ਵੀ ਨਹੀਂ ਲੱਭ ਸਕਦੀ। ਇੱਕ ਦਿਨ ਪ੍ਰਦੀਪ ਨੂੰ ਆਪਣੀ ਉਸ ਦੀ ਫਰੈਂਡ ਦਾ ਫੋਨ ਆਉਂਦਾ। ਪ੍ਰਦੀਪ, ਕਿੰਨੇ ਦਿਨ ਹੋ ਗਏ, ਤੂੰ ਆਫਿਸ ਕਿਉਂ ਨਹੀਂ ਆ ਰਹੀ? ਆਪਣੇ ਆਫਿਸ ਵਿੱਚ ਨਵੀਂ ਬੌਸ ਆ ਗਈ। ਪ੍ਰਦੀਪ ਬੋਲੀ, ਅੱਛਾ ਨਵੀਂ ਬੌਸ ਆ ਗਈ, ਚਲੋ ਵਧੀਆ ਗੱਲ ਆ। ਪਹਿਲਾਂ ਵਾਲਾ ਬੌਸ ਤਾਂ ਮੈਨੂੰ ਵੀ ਪਸੰਦ ਨਹੀਂ ਸੀ। ਹੁਣ ਮੈਂ ਨਵੀਂ ਬੌਸ ਨਾਲ ਵਧੀਆ ਬਣਾ ਕੇ ਰੱਖਾਂਗੀ। ਉਸ ਦੀ ਸਹੇਲੀ ਬੋਲੀ, ਅੱਛਾ ਫਿਰ ਤੂੰ ਕਦੋਂ ਆ ਰਹੀ ਆ ਜੌਬ 'ਤੇ? ਬੋਲੀ, ਹਾਂ ਮੈਂ ਜਲਦੀ ਆਵਾਂਗੀ, ਬਸ ਮੇਰੀ ਤਬੀਅਤ ਠੀਕ ਹੋ ਜਾਵੇ।
ਪ੍ਰਦੀਪ ਕਿਸੇ ਨੂੰ ਵੀ ਨਹੀਂ ਦੱਸਦੀ ਕਿ ਮੈਨੂੰ ਆਫਿਸ ਤੋਂ ਕੱਢ ਦਿੱਤਾ ਗਿਆ ਤੇ ਫਿਰ ਉਹ ਖੁਸ਼ ਹੋ ਜਾਂਦੀ ਹੈ ਕਿ ਚਲੋ ਹੁਣ ਨਵੀਂ ਬੌਸ ਆ ਗਈ। ਪਹਿਲਾਂ ਵਾਲਾ ਬਹੁਤ ਖੜੂਸ ਸੀ, ਮੇਰੀ ਉਸ ਨਾਲ ਬਿਲਕੁਲ ਵੀ ਨਹੀਂ ਬਣਦੀ ਸੀ, ਪਰ ਮੈਂ ਹੁਣ ਨਵੀਂ ਬੌਸ ਨੂੰ ਰਿਕੁਐਸਟ ਕਰਾਂਗੀ ਕਿ ਮੈਨੂੰ ਜੌਬ 'ਤੇ ਰੱਖ ਲਵੇਗੀ। ਮੈਂ ਕੱਲ੍ਹ ਹੀ ਆਫਿਸ ਜਾਵਾਂਗੀ। ਜਿਵੇਂ ਹੀ ਪ੍ਰਦੀਪ ਆਫਿਸ ਜਾਂਦੀ ਆ ਤਾਂ ਉਹਦੀ ਫਰੈਂਡ ਉਸ ਵੱਲ ਭੱਜ ਕੇ ਆਉਂਦੀ ਆ ਤੇ ਬੜੀ ਹੈਰਾਨੀ ਨਾਲ ਉਸ ਨੂੰ ਕਹਿਣ ਲੱਗਦੀ ਆ, ਪ੍ਰਦੀਪ ਤੂੰ ਜਾਣਦੀ ਆ ਆਪਣੇ ਆਫਿਸ ਦੀ ਨਵੀਂ ਬੌਸ ਕੌਣ ਆ? ਪ੍ਰਦੀਪ ਬੋਲੀ, ਨਹੀਂ ਮੈਂ ਨਹੀਂ ਜਾਣਦੀ, ਤੂੰ ਦੱਸ ਨਵੀਂ ਬੌਸ ਕੌਣ ਆ ਤੇ ਕਿਵੇਂ ਦੀ ਦਿਖਦੀ ਆ? ਉਹਦੀ ਫਰੈਂਡ ਬੋਲੀ, ਹਾਂ ਮੈਂ ਉਹੀ ਤਾਂ ਤੈਨੂੰ ਦੱਸ ਰਹੀ ਹਾਂ ਕਿ ਆਪਣੀ ਨਵੀਂ ਬੌਸ ਹੋਰ ਨਹੀਂ ਬਲਕਿ ਤੇਰੇ ਘਰੇ ਕੰਮ ਕਰਨ ਵਾਲੀ ਨੌਕਰਾਣੀ ਦੀ ਬੇਟੀ ਆ। ਮੈਂ ਤਾਂ ਪੂਰੀ ਰਾਤ ਇਹ ਸੋਚ ਕੇ ਪਰੇਸ਼ਾਨ ਹੁੰਦੀ ਰਹੀ ਕਿ ਆਖਰ ਨੌਕਰਾਣੀ ਦੀ ਬੇਟੀ ਨੇ ਪੜ੍ਹਾਈ ਕਿਵੇਂ ਪੂਰੀ ਕੀਤੀ। ਆਪਣੀ ਫਰੈਂਡ ਦੀ ਗੱਲ ਸੁਣ ਕੇ ਪ੍ਰਦੀਪ ਨੂੰ ਇਵੇਂ ਲੱਗਿਆ ਜਿਵੇਂ 440 ਵੋਲਟ ਦਾ ਕਰੰਟ ਲੱਗਿਆ ਹੋਵੇ। ਫਿਰ ਪ੍ਰਦੀਪ ਬੋਲੀ, ਇਹ ਕਿਵੇਂ ਹੋ ਸਕਦਾ? ਉਹ ਪਿੰਡ ਦੀ ਗਵਾਰ ਅਨਪੜ੍ਹ ਬੁੱਢੀ ਦੀ ਕੁੜੀ ਆਪਣੇ ਹੀ ਆਫਿਸ ਦੀ ਬੌਸ ਕਿਵੇਂ ਬਣ ਸਕਦੀ ਆ? ਨਹੀਂ ਨਵਦੀਪ, ਤੈਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ, ਉਹ ਨਹੀਂ ਕੋਈ ਹੋਰ ਹੋਵੇਗੀ। ਨਵਦੀਪ ਬੋਲੀ, ਨਹੀਂ ਪ੍ਰਦੀਪ, ਤੇਰੀ ਨੌਕਰਾਣੀ ਦੀ ਬੇਟੀ ਆ, ਤੂੰ ਖੁਦ ਤਾਂ ਮੈਨੂੰ ਉਸ ਨਾਲ ਮਿਲਾਇਆ ਸੀ, ਮੈਂ ਕਿਵੇਂ ਭੁੱਲ ਸਕਦੀ ਹਾਂ? ਪ੍ਰਦੀਪ ਬੋਲੀ, ਅੱਛਾ ਠੀਕ ਆ, ਮੈਨੂੰ ਨਵੀਂ ਬੌਸ ਦੇ ਕੈਬਨ ਵਿੱਚ ਲੈ ਕੇ ਚੱਲ। ਨਵਦੀਪ ਜਿਵੇਂ ਹੀ ਪ੍ਰਦੀਪ ਨੂੰ ਲੈ ਕੇ ਜਾਂਦੀ ਆ। ਪ੍ਰਦੀਪ ਜਦੋਂ ਕੈਬਨ ਦਾ ਦਰਵਾਜ਼ਾ ਖੋਲ੍ਹਦੀ ਆ ਤਾਂ ਸਾਹਮਣੇ ਕੁਰਸੀ 'ਤੇ ਉਸਦੀ ਨਨਾਣ ਸੁਮਨ ਬੈਠੀ ਹੁੰਦੀ ਆ। ਪ੍ਰਦੀਪ ਸੁਮਨ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਕਹਿੰਦੀ ਆ ਕਿ ਨਹੀਂ ਇਹ ਨਹੀਂ ਹੋ ਸਕਦਾ, ਮੈਂ ਕੋਈ ਸੁਪਨਾ ਦੇਖ ਰਹੀ ਹਾਂ। ਪ੍ਰਦੀਪ ਬਿਨਾਂ ਸੁਮਨ ਨਾਲ ਕੋਈ ਗੱਲਬਾਤ ਕੀਤੇ ਵਾਪਸ ਆ ਜਾਂਦੀ ਆ। ਉਧਰ ਸੁਮਨ ਵੀ ਆਪਣੇ ਕੰਮ 'ਚ ਬਿਜੀ ਸੀ, ਉਸ ਨੂੰ ਵੀ ਪਤਾ ਨਹੀਂ ਲੱਗਿਆ ਕਿ ਦਰਵਾਜ਼ੇ 'ਤੇ ਕੌਣ ਆਇਆ। ਹੁਣ ਜੋ ਅੱਖਾਂ ਦੇ ਸਾਹਮਣੇ ਦੇਖਿਆ ਉਹ ਸੱਚ ਆ। ਫਿਰ ਪ੍ਰਦੀਪ ਪੂਰੇ ਆਫਿਸ ਵਿੱਚ ਮਾਹੌਲ ਬਣਾਉਂਦੀ ਆ ਤੇ ਕਹਿੰਦੀ ਆ, ਤੁਹਾਨੂੰ ਪਤਾ ਜੋ ਨਵੀਂ ਬੌਸ ਆਈ ਆ ਉਹ ਮੇਰੀ ਨਨਾਣ ਆ, ਮੈਂ ਹੀ ਉਸ ਨੂੰ ਸਾਰੇ ਪੈਸੇ ਖਰਚ ਕੇ ਪੜ੍ਹਾਇਆ ਲਿਖਾਇਆ ਤੇ ਤਾਂ ਹੀ ਉਹ ਇਸ ਕਾਬਲ ਹੋਈ ਆ। ਹੁਣ ਤੁਸੀਂ ਵੀ ਮੇਰੇ ਨਾਲ ਹਿਸਾਬ ਨਾਲ ਪੇਸ਼ ਆਇਓ ਕਿਉਂਕਿ ਮੈਂ ਤੁਹਾਡੀ ਬੌਸ ਦੀ ਭਾਬੀ ਆ। ਉਦੋਂ ਹੀ ਸੁਮਨ ਕਿਸੇ ਕੰਮ ਦੇ ਲਈ ਆਪਣੇ ਕੈਬਿਨ ਵਿੱਚੋਂ ਬਾਹਰ ਆਉਂਦੀ ਆ। ਜਦੋਂ ਉਸਨੇ ਸੁਣਿਆ ਕਿ ਮੇਰੀ ਭਾਬੀ ਸਭ ਨੂੰ ਝੂਠ ਬੋਲ ਰਹੀ ਆ ਤਾਂ ਉਹ ਗੁੱਸੇ 'ਚ ਬੋਲਦੀ ਆ, ਪ੍ਰਦੀਪ ਜੀ ਇਹ ਮੇਰਾ ਆਫਿਸ ਆ, ਤੁਹਾਡਾ ਘਰ ਨਹੀਂ, ਜੋ ਮੂੰਹ ਆਇਆ ਬੋਲੇਂਗੀ। ਮੈਂ ਨਹੀਂ ਜਾਣਦੀ ਕਿ ਤੂੰ ਮੇਰੇ ਆਫਿਸ ਵਿੱਚ ਹੀ ਕੰਮ ਕਰਦੀ ਆ। ਪ੍ਰਦੀਪ ਬੋਲੀ, ਓਹੋ ਸੁਮਨ, ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਆ, ਮੈਂ ਤੇਰੀ ਭਾਬੀ ਆ। ਸੁਮਨ ਬੋਲੀ, ਕਿਹੜੀ ਭਾਬੀ? ਕੌਣ ਭਾਬੀ? ਮੈਂ ਤੈਨੂੰ ਨਹੀਂ ਜਾਣਦੀ। ਫਿਰ ਪ੍ਰਦੀਪ ਸੁਮਨ ਦੇ ਕੋਲ ਜਾਂਦੀ ਆ ਤੇ ਹੌਲੀ ਜਿਹੇ ਬੋਲਦੀ ਆ, ਸੁਮਨ ਪਲੀਜ਼ ਇਸ ਤਰ੍ਹਾਂ ਨਾ ਕਰ, ਮੈਨੂੰ ਪੁਰਾਣੇ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ, ਮੈਂ ਤੇਰੇ ਅੱਗੇ ਹੱਥ ਜੋੜਦੀ ਆ, ਮੈਨੂੰ ਜੌਬ 'ਤੇ ਰੱਖ ਲਾ। ਸੁਮਨ ਬੋਲੀ, ਕੀ ਭਾਬੀ, ਤੈਨੂੰ ਪੁਰਾਣੇ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ? ਇਹ ਤਾਂ ਉਹਨਾਂ ਨੇ ਬਹੁਤ ਵਧੀਆ ਕੀਤਾ, ਨਹੀਂ ਤਾਂ ਮੈਂ ਤੈਨੂੰ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਕਰ ਸਕਦੀ ਸੀ। ਪਰ ਜਦੋਂ ਤੈਨੂੰ ਬੌਸ ਨੇ ਜੌਬ ਤੋਂ ਕੱਢ ਦਿੱਤਾ ਸੀ ਫਿਰ ਤੂੰ ਆਫਿਸ ਵਿੱਚ ਕੀ ਕਰ ਰਹੀ ਆ? ਬਾਹਰ ਨਿਕਲ ਜਾ ਆਫਿਸ ਵਿੱਚੋਂ। ਨਵੀਂ ਬੌਸ ਦੀ ਇਹ ਗੱਲ ਸੁਣ ਕੇ ਸਾਰਾ ਸਟਾਫ ਖੁਸ਼ ਹੋ ਜਾਂਦਾ ਕਿਉਂਕਿ ਸਾਰਾ ਸਟਾਫ ਪ੍ਰਦੀਪ ਤੋਂ ਪਰੇਸ਼ਾਨ ਸੀ। ਉਹ ਹਰ ਸਮੇਂ ਆਪਣੀ ਆਕੜ ਦਿਖਾਉਂਦੀ ਰਹਿੰਦੀ ਸੀ। ਪ੍ਰਦੀਪ ਘਰ ਜਾ ਕੇ ਸਭ ਕੁਝ ਆਪਣੇ ਪਤੀ ਨਵਜੋਤ ਨੂੰ ਦੱਸਦੀ ਆ। ਫਿਰ ਨਵਜੋਤ ਬੜੀ ਉਮੀਦ ਨਾਲ ਆਪਣੀ ਮਾਂ ਨੂੰ ਫੋਨ ਕਰਦਾ ਪਰ ਅੱਗੋਂ ਮਾਂ ਬੋਲਦੀ ਆ, ਮੈਂ ਹੁਣ ਕੁਝ ਨਹੀਂ ਕਰ ਸਕਦੀ। ਇਹ ਤਾਂ ਚੰਗਾ ਹੋਇਆ ਸੁਮਨ ਨੇ ਪ੍ਰਦੀਪ ਨਾਲ ਇੱਜ਼ਤ ਨਾਲ ਗੱਲ ਕੀਤੀ, ਪਰ ਬਹੂ ਨੇ ਤਾਂ ਸਾਨੂੰ ਘਰ ਦੀਆਂ ਨੌਕਰਾਣੀਆਂ ਦੱਸਿਆ ਸੀ। ਹੁਣ ਮੇਰੇ ਕੋਲ ਤੇਰੇ ਨਾਲ ਗੱਲ ਕਰਨ ਦਾ ਜ਼ਿਆਦਾ ਟਾਈਮ ਨਹੀਂ, ਮੈਂ ਕਿਤੇ ਜਾ ਰਹੀ ਹਾਂ। ਨਵਜੋਤ ਬੋਲਿਆ, ਮਾਂ ਤੁਸੀਂ ਕਿੱਥੇ ਜਾ ਰਹੇ ਹੋ? ਮਾਂ ਬੋਲੀ, ਸੁਮਨ ਨੇ ਆਪਣੀ ਪਹਿਲੀ ਸੈਲਰੀ ਵਿੱਚ ਮੇਰੇ ਲਈ ਤੀਰਥ ਯਾਤਰਾ ਦੀਆਂ ਟਿਕਟਾਂ ਕਰਵਾਈਆਂ, ਮੈਂ ਤੀਰਥ ਯਾਤਰਾ 'ਤੇ ਜਾ ਰਹੀ ਹਾਂ। ਜੋ ਨਵਜੋਤ ਬੋਲਿਆ, ਮਾਂ ਮੈਂ ਬਹੁਤ ਵੱਡੀ ਮੁਸੀਬਤ 'ਚ ਫਸ ਚੁੱਕਿਆ, ਤੁਹਾਡੀ ਨੂੰਹ ਪ੍ਰਦੀਪ ਦੀ ਤਾਂ ਪਹਿਲਾਂ ਹੀ ਨੌਕਰੀ ਜਾ ਚੁੱਕੀ ਆ, ਹੁਣ ਕੰਪਨੀ ਨੇ ਵੀ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਤੁਸੀਂ ਸੁਮਨ ਨੂੰ ਕਹੋ ਕਿ ਸਾਨੂੰ ਦੋਹਾਂ ਨੂੰ ਆਪਣੀ ਕੰਪਨੀ 'ਚ ਜੌਬ ਦੇ ਦੇਵੇ, ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਆ। ਅਸੀਂ ਘਰ ਖਰੀਦਣ ਦੇ ਲਈ ਬੈਂਕ ਤੋਂ ਲੋਨ ਲਿਆ ਤੇ ਕਾਰ ਦੀ ਲੋਨ 'ਤੇ ਖਰੀਦੀ ਆ। ਜੇ ਅਸੀਂ ਕਿਸ਼ਤ ਨਾ ਦਿੱਤੀ ਤਾਂ ਬੈਂਕ ਵਾਲੇ ਸਾਡਾ ਘਰ ਤੇ ਕਾਰ ਦੋਨੋਂ ਲੈ ਜਾਣਗੇ। ਪਲੀਜ਼ ਸੁਮਨ ਨੂੰ ਕਹੋ ਸਾਡੀ ਮਦਦ ਕਰੇ। ਅੱਜ ਫਿਰ ਸੁਮਨ ਆਪਣੀ ਮਾਂ ਤੋਂ ਫੋਨ ਫੜ ਕੇ ਆਪਣੇ ਭਰਾ ਨਾਲ ਗੱਲ ਕਰਦੀ ਆ ਤੇ ਕਹਿੰਦੀ ਆ, ਵੀਰੇ ਅੱਜ ਸਮਾਂ ਆਪਣੇ ਆਪ ਨੂੰ ਦੁਹਰਾ ਰਿਹਾ। ਕਦੇ ਉਹ ਸਮਾਂ ਸੀ ਜਦੋਂ ਮਾਂ ਤੀਰਥ ਯਾਤਰਾ ਲਈ ਤੁਹਾਡੇ ਤੋਂ ਪੈਸੇ ਮੰਗ ਰਹੀ ਸੀ ਤੇ ਤੁਸੀਂ ਮਾਂ ਨੂੰ ਸਾਫ਼ ਮਨਾ ਕਰ ਦਿੱਤਾ ਸੀ ਤੇ ਅੱਜ ਤੁਸੀਂ ਮਦਦ ਮੰਗ ਰਹੇ ਹੋ। ਮੇਰਾ ਵੀ ਉਹੀ ਜਵਾਬ ਆ, ਮੇਰੇ ਕੋਲ ਪੈਸੇ ਤਾਂ ਬਹੁਤ ਆ, ਮੈਂ ਪੈਸੇ ਦੀ ਕਮੀ ਕਹਿ ਕੇ ਪੈਸੇ ਦਾ ਅਪਮਾਨ ਨਹੀਂ ਕਰ ਸਕਦੀ, ਪਰ ਤੁਹਾਨੂੰ ਫੁੱਟੀ ਕੌੜੀ ਨਹੀਂ ਦੇਵਾਂਗੀ। ਤੁਸੀਂ ਤੇ ਭਾਬੀ ਨੇ ਸਾਨੂੰ ਘਰ ਬੁਲਾ ਕੇ ਮੇਰੀ ਮਾਂ ਦਾ ਅਪਮਾਨ ਕੀਤਾ ਸੀ,
ਉਹ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ। ਫਿਰ ਨਵਜੋਤ ਗੁੱਸੇ ਵਿੱਚ ਆਪਣੀ ਮਾਂ ਨੂੰ ਬੋਲਦਾ, ਹੁਣ ਤਾਂ ਮਾਂ ਤੂੰ ਆਪਣੀ ਬੇਟੀ ਦੀ ਜੌਬ ਦੇ ਸਿਰ 'ਤੇ ਆਕੜ ਦਿਖਾ ਰਹੀ ਆ, ਪਰ ਜਦੋਂ ਤੇਰੀ ਇਸੇ ਬੇਟੀ ਦਾ ਵਿਆਹ ਹੋ ਜਾਵੇਗਾ ਫਿਰ ਤੂੰ ਆਪ ਮੇਰੇ ਕੋਲ ਹੀ ਆਵੇਂਗੀ। ਫਿਰ ਤੈਨੂੰ ਮੈਂ ਪੁੱਛਾਂਗਾ ਕਿ ਤੇਰੀ ਬੇਟੀ ਕਿੱਧਰ ਗਈ। ਸੁਮਨ ਬੋਲੀ, ਵੀਰੇ ਤੁਹਾਨੂੰ ਮਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਰਹੀ ਮਾਂ ਦੀ ਗੱਲ, ਮੈਂ ਵਿਆਹ ਤੋਂ ਬਾਅਦ ਵੀ ਮਾਂ ਨੂੰ ਆਪਣੇ ਨਾਲ ਰੱਖਾਂਗੀ। ਮੈਂ ਅਜਿਹੇ ਮੁੰਡੇ ਨਾਲ ਹੀ ਵਿਆਹ ਕਰਵਾਵਾਂਗੀ ਜੋ ਮੇਰੀ ਮਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਤਿਆਰ ਹੋਵੇਗਾ, ਨਹੀਂ ਤਾਂ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ। ਮੇਰੀ ਜਿੱਦ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੈਨੂੰ ਤੇ ਮੇਰੀ ਮਾਂ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ, ਮੇਰੇ ਤੋਂ ਵੀ ਤੁਸੀਂ ਲੋਕ ਕੋਈ ਉਮੀਦ ਨਾ ਰੱਖਿਓ। ਇਹ ਕਹਿ ਕੇ ਸੁਮਨ ਫੋਨ ਕੱਟ ਦਿੰਦੀ ਆ। ਸੋ ਦੋਸਤੋ, ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਵੀ ਪਲਟ ਸਕਦਾ। ਜੇ ਅੱਜ ਸਾਡੇ ਕੋਲ ਪੈਸਾ ਹੈ, ਘਰ-ਬਾਰ ਹੈ, ਨੌਕਰੀ ਹੈ, ਸਾਨੂੰ ਉਸ ਦਾ ਘਮੰਡ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਕੁਝ ਅੱਜ ਸਾਡੇ ਕੋਲ ਆ, ਅਸੀਂ ਜਿਸ ਦਾ ਮਜ਼ਾਕ ਬਣਾ ਰਹੇ ਹਾਂ, ਕੱਲ੍ਹ ਨੂੰ ਉਸ ਦੇ ਕੋਲ ਵੀ ਹੋ ਸਕਦਾ, ਕਿਉਂਕਿ ਨਾ ਤਾਂ ਪੈਸਾ ਇੱਕ ਜਗ੍ਹਾ ਟਿਕਦਾ ਅਤੇ ਨਾ ਹੀ ਸਮਾਂ ਹਮੇਸ਼ਾ ਇੱਕੋ ਜਿਹਾ ਰਹਿੰਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ 'ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ।